बिखियन स्यों काहे रचियो, निमुख न होहे उदास। कहो नानक भज हर मना, परै न जम की फास। बिखियन स्यों काहे रचियो, निमुख न होहे उदास। कहो नानक भज हर मना, परै न जम की फास। वाहिगुरु जी का खालसा, वाहिगुरु जी की फतेह। गुरु प्यारी साध संगत जीओ, ਸਲੋਕ 12 ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤਿਸ ਲੜੀ ਦੇ ਤਹਿਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 2 ਨੰਬਰ ਸਲੋਕ, ਜਿਸ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇਸ ਸਲੋਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਬਿਖਿਅਨ ਸਿਉ ਕਾਹੇ ਰਚਿਓ। हे ਭਾਈ, ਤੂੰ ਵਿਸ਼ਿਆਂ ਵਕਾਰਾਂ ਵਿੱਚ ਇੰਨਾ ਮਸਤ ਹੈ, ਇੰਨਾ ਖੁੱਭਿਆ ਪਿਆ ਹੈ। ਨਿਮਖ ਨਾ ਹੋਏ ਉਦਾਸ, ਇੱਕ ਨਿਮਖ ਮਾਤਰ ਵੀ ਤੇਰਾ ਜਿਹੜਾ ਚਿੱਤ ਹੈ ਇਹਨਾਂ ਵਿਸ਼ਿਆਂ ਵਕਾਰਾਂ ਤੋਂ ਪਰੇ ਨਹੀਂ ਹਟਦਾ। ਇੱਕ ਨਿਮਖ ਮਾਤਰ ਵੀ ਤੂੰ ਇੰਨਾ ਖੁੱਭਿਆ ਪਿਆ। ਵਿਖਿਅਨ ਸਿਉ ਕਾਹੇ ਰਚਿਓ। ਵਿਖਿਅਨ ਦਾ ਅਰਥ ਹੈ ਵਿਸ਼ੇ ਵਕਾਰ। ਵਿਸ਼ਿਆਂ ਵਕਾਰਾਂ ਵਿੱਚ ਤੂੰ ਇੰਨਾ ਖੁੱਭਿਆ ਪਿਆ ਹੈ ਕਿ ਇੱਕ ਨਿਮਖ ਮਾਤਰ ਵੀ ਤੂੰ ਉਪਰਾਮ ਨਹੀਂ ਹੈ। ਭਾਵ ਤੇਰਾ ਮਨ ਇਹਨਾਂ ਵਿਸ਼ਿਆਂ ਤੋਂ ਉਦਾਸ ਨਹੀਂ ਹੁੰਦਾ ਕਿ ਬਸ ਹੁਣ ਰੱਜ ਗਿਆ, ਹੁਣ ਨਹੀਂ ਇਹ ਕੰਮ ਕਰਨਾ। ਸਤਿਗੁਰ ਦੀ ਬਾਣੀ ਦਾ ਪਾਠ ਕਰੀਏ ਤਾਂ ਗੁਰੂ ਸਾਹਿਬ ਜੀ ਨੇ ਇਹਨਾਂ ਵਿਸ਼ਿਆਂ ਵਕਾਰਾਂ ਬਾਰੇ ਗੁਰਬਾਣੀ ਵਿੱਚ ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਈਆਂ ਦੇ ਦਿਮਾਗ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਸ਼ਾਇਦ ਇਹ ਜਿਹੜੇ ਸਾਡੇ ਮਨ ਦੇ ਵਿਸ਼ੇ ਵਕਾਰ ਨੇ, ਇਹਨਾਂ ਦਾ ਸੰਬੰਧ ਮਨੁੱਖੀ ਸਰੀਰ ਦੀ ਖੁਰਾਕ ਹੈ। ਜਦੋਂ ਮਨੁੱਖ ਸਰੀਰ ਦੀ ਖੁਰਾਕ ਤਗੜੀ ਖਾਂਦਾ ਹੈ, ਭਾਰੀ ਖਾਂਦਾ ਹੈ, ਅਤੇ ਇਹਦੇ ਨਾਲ ਮਨ ਵਿੱਚ ਵਕਾਰ ਪੈਦਾ ਹੁੰਦੇ ਨੇ। ਇਹਦੇ ਨਾਲ ਵਿਸ਼ੇ ਵਕਾਰ ਜ਼ਿਆਦਾ ਆਉਂਦੇ ਨੇ। ਕੋਈ ਜਿੱਦਾਂ ਦੀ ਮਨੁੱਖ ਖੁਰਾਕ ਖਾਂਦਾ, ਉਹਦੇ ਨਾਲ ਮਨੁੱਖ ਦਾ ਜਿਹੜਾ ਮਨ ਹੈ ਉਹ ਵਕਾਰੀ ਹੁੰਦਾ ਹੈ। ਇਹਦਾ ਜਵਾਬ ਭਗਤ ਕਬੀਰ ਜੀ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਦਿੱਤਾ ਹੈ। ਕਹਿੰਦੇ, ਇੱਕ ਗੱਲ ਦਾ ਖਿਆਲ ਆਪਣੇ ਦਿਮਾਗ ਵਿੱਚ ਹਮੇਸ਼ਾ ਰੱਖਿਓ, ਤਨ ਦੀ ਖੁਰਾਕ ਹੋਰ ਹੈ ਅਤੇ ਮਨ ਦੀ ਖੁਰਾਕ ਹੋਰ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਗ੍ਰਹਿ ਤਜ, ਬੰਦਾ ਆਪਣਾ ਘਰ ਛੱਡ ਦੇਵੇ, ਬੱਚੇ ਛੱਡ ਦੇਵੇ, ਪਰਿਵਾਰ ਛੱਡ ਦੇਵੇ, ਬਨ ਖੰਡ ਜਾਈਏ। ਬਨ ਖੰਡ ਕਹਿੰਦੇ ਨੇ ਜੰਗਲ ਵਿੱਚ ਚਲਾ ਜਾਵੇ, ਜਿੱਥੇ ਉਹਨੂੰ ਕੋਈ ਭਾਰੀ ਖੁਰਾਕ ਖਾਣ ਲਈ ਨਾ ਮਿਲੇ, ਕੋਈ ਤਲੇ ਹੋਏ ਪਦਾਰਥ, ਕੋਈ ਵਧੀਆ ਪਦਾਰਥ ਨਾ ਮਿਲਣ। ਐਵੇਂ ਹੀ ਘਾਹ ਫੂਸ ਖਾ ਕੇ, ਸੁੱਕੇ ਪੱਤੇ ਖਾ ਕੇ ਉਹ ਆਪਣਾ ਗੁਜ਼ਾਰਾ ਕਰੇ। ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ। ਉੱਥੇ ਮੂਲੀਆਂ ਦੇ ਪੱਤੇ, ਗਾਜਰਾਂ ਦੇ ਪੱਤੇ, ਸਧਾਰਨ ਜਿਹਾ ਭੋਜਨ ਖਾ ਕੇ ਆਪਣਾ ਗੁਜ਼ਾਰਾ ਕਰੇ। ਚੁਣ ਖਾਈਏ ਕੰਦਾ, ਅਜੋ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਪਰ ਮਨ ਅਜੇ ਵੀ ਉਹ ਵਕਾਰ ਛੱਡਣ ਨੂੰ ਤਿਆਰ ਨਹੀਂ। ਹੁਣ ਖੁਰਾਕ ਤਾਂ ਉੱਥੇ ਸਿੰਪਲ ਖਾਧੀ ਹੈ, ਹੁਣ ਤਾਂ ਵਕਾਰ ਹੋਣੇ ਨਹੀਂ ਸੀ ਚਾਹੀਦੇ, ਮੂਲੀਆਂ ਦੇ ਪੱਤੇ ਖਾ ਕੇ ਵੀ। ਮੈਂ ਕਈ ਵਾਰੀ ਮਹਿਸੂਸ ਕਰਦਾ ਵੀ ਇਹਨਾਂ ਸ਼ਬਦਾਂ ਦਾ ਜਵਾਬ ਉਹਨਾਂ ਲੋਕਾਂ ਵਾਸਤੇ ਜਿਹੜੇ ਦਿਨ ਰਾਤ ਅਖੌਤੀ ਧਾਰਮਿਕ ਲੋਕ, ਜਿਹੜੇ ਵਰਦੀ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਇੱਥੇ ਦੁੱਧ ਪੀਣੇ ਸਾਧਾਂ ਨੇ ਵੀ ਰੇਪ ਕੀਤੇ ਨੇ, ਬਲਾਤਕਾਰ ਕੀਤੇ ਨੇ, ਜਿਹੜੇ ਲੋਕਾਂ ਨੂੰ ਜਗ ਮੇ ਬਖਤੇ ਦੁੱਧਾ ਤਾਰੀ, ਗੁਪਤੀ ਖਾਵੇਂ ਵਟਕਾ ਸਾਰੀ। ਸੋਚ ਕੇ ਵੇਖਿਓ ਤੁਸੀਂ, ਸਰੀਰ ਦੀ ਖੁਰਾਕ ਅਲੱਗ ਹੈ, ਮਨ ਦੀ ਖੁਰਾਕ ਅਲੱਗ ਹੈ। ਸਰੀਰ ਦੀ ਖੁਰਾਕ ਜੇ ਤੁਸੀਂ ਹਰੀ ਸਿੰਘ ਨਲੂਏਵਾਲ ਦੀ ਵੇਖੋਗੀ ਤਾਂ ਸਰੀਰ ਦੀ ਖੁਰਾਕ ਕਿੰਨੀ ਭਾਰੀ ਹੈ, ਪਰ ਮਨ ਵਕਾਰੀ ਨਹੀਂ ਹੈ। ਇੱਥੇ ਜਿਹੜੇ ਬਾਬੇ ਸ਼ਰੇਆਮ ਮਾਸ ਦੇ ਵਿਰੁੱਧ ਘੰਟਿਆਂ ਬੱਧੀ ਜਿਹਨਾਂ ਦੇ ਦੀਵਾਨ ਸੀ, ਰੇਪ ਦੇ ਕੇਸ ਚੱਲ ਰਹੇ ਨੇ ਉਹਨਾਂ ਉੱਤੇ। ਇੱਕ ਬਾਬਾ ਹੁੰਦਾ ਸੀ ਹਰਿਆਣੇ ਦਾ, ਬੜਾ ਮਸ਼ਹੂਰ, ਅੱਜ ਕੱਲ੍ਹ ਤਾਂ ਉਹ ਬੜਾ ਮੱਠਾ ਪਿਆ ਥੋੜ੍ਹਾ ਜਿਹਾ, ਕਿਉਂਕਿ ਉਹਦੇ 'ਤੇ ਕੇਸ ਇੱਦਾਂ ਦੇ ਚੱਲ ਗਏ। ਉਹ ਇੱਦਾਂ ਦੀਆਂ ਐਗਜ਼ਾਮਪਲਾਂ ਦਿੰਦਾ ਹੁੰਦਾ ਸੀ ਕਿ 20 ਰੋਟੀਆਂ ਪਈਆਂ ਨੇ ਇੱਦਾਂ, ਅਤੇ ਸਭ ਤੋਂ ਉੱਪਰਲੀ ਰੋਟੀ ਉੱਤੇ ਕੋਈ ਵਿਸ਼ਟਾ ਪਿਆ ਹੋਵੇ, ਤੁਸੀਂ ਖਾਣ ਨੂੰ ਤਿਆਰ ਹੋਗੇ। ਉਹ ਆਪਣੇ ਸਰੋਤਿਆਂ ਕੋਲੋਂ ਘੁਮਾਉਂਦਾ ਹੁੰਦਾ ਸੀ, ਉਹਦੀਆਂ ਕੈਸਟਾਂ ਹੈਗੀਆਂ ਨੇ।
तो ਸਰੋਤੇ ਕਹਿੰਦੇ नहीं खावांगे जी, यानी कि ਇੱਦਾਂ 20 ਰੋਟੀਆਂ ਪਈਆਂ ਨੇ, ਸਭ ਤੋਂ ਉੱਪਰਲੀ ਰੋਟੀ ਉੱਤੇ ਵਿਸ਼ਟਾ ਪਿਆ ਤੇ ਉੱਪਰਲੀ ਰੋਟੀ ਚੁੱਕ ਕੇ ਪਰਾਂ ਸੁੱਟ ਦਿਓ, ਬਾਕੀ 19 ਰੋਟੀਆਂ ਖਾ ਲਓਗੇ। ਤੇ ਹਰ ਇੱਕ ਦਾ ਜਵਾਬ ਹੁੰਦਾ ਸੀ ਨਹੀਂ ਖਾਵਾਂਗੇ। ਕਹਿੰਦੇ ਇੱਦਾਂ ਹੀ ਆ ਜਿਹੜੇ ਬਾਕੀ ਜਾਨਵਰ ਲੋਕ ਖਾ ਰਹੇ ਨੇ ਇਹ ਇੰਨਾ ਗੰਦ ਖਾਂਦੇ ਨੇ। ਹੁਣ ਜੇ ਇਹ ਹਿਸਾਬ ਨਾਲ ਸੋਚੋਗੇ ਜਿਹੜੀਆਂ ਅਸੀਂ ਸਬਜ਼ੀਆਂ ਫਲ ਫਰੂਟ ਖਾਂਦੇ ਹਾਂ ਉਹਨਾਂ ਵਿੱਚ ਕੀ ਕੁਝ ਪੈਂਦਾ, ਜਿਹੜੇ ਜਿਨ੍ਹਾਂ ਨੇ ਖੇਤੀਬਾੜੀ ਕੀਤੀ ਵਾਹੀ ਕੀਤੀ ਉਹਨੂੰ ਪਤਾ ਹੋਏਗਾ। ਜਦੋਂ ਆਪਾਂ ਆਪਣੇ ਘਰ ਦੀ ਰੂੜੀ ਗੰਦਗੀ ਜਦੋਂ ਆਪਾਂ ਖੇਤਾਂ ਵਿੱਚ ਜਾ ਕੇ ਪਾ ਕੇ ਆਉਂਦੇ ਹਾਂ ਤਾਂ ਫਸਲ ਕਿੰਨੀ ਪ੍ਰਫੁੱਲਿਤ ਹੁੰਦੀ ਹੈ। ਅੱਜ ਵੀ ਤੁਸੀਂ ਛਿਆਟੇ ਵਾਲੇ ਬੰਨੇ ਖਾਸੇ ਅੰਮ੍ਰਿਤਸਰ ਦੇ ਲਾਗੇ ਚਲ ਜਾਓ ਨਾ, ਸਾਰੇ ਸ਼ਹਿਰ ਦਾ ਗੰਦਾ ਪਾਣੀ ਜਿਨ੍ਹਾਂ ਪੈਲੀਆਂ 'ਚ ਪੈਂਦਾ ਹੈ ਨਾ, ਪੂਰੇ ਸ਼ਹਿਰ ਦੀ ਗੰਦਗੀ ਜਿਨ੍ਹਾਂ ਖੇਤਾਂ 'ਚ ਪੈਂਦੀ ਹੈ, ਉਹਨਾਂ ਖੇਤਾਂ ਦੀਆਂ ਮੂਲੀਆਂ ਤੇ ਗਾਜਰਾਂ ਖਾ ਕੇ ਵੇਖਿਓ ਕਿਤੇ। ਉਸ ਇਲਾਕੇ ਦਾ ਸਾਗ ਵੇਖਿਓ ਤੁਸੀਂ, ਦੂਜੀਆਂ ਫਸਲਾਂ ਨਾਲੋਂ ਕਈ ਗੁਣਾ ਵੱਧ ਪ੍ਰਫੁੱਲਤ ਹੈ ਉੱਥੇ ਫਸਲ, ਯਾਨੀ ਕਿ ਰੂੜੀ ਜਿੰਨੀ ਪੈਂਦੀ ਹੈ ਉਨੀ ਫਸਲ ਪ੍ਰਫੁੱਲਤ ਹੁੰਦੀ ਹੈ। ਹੁਣ 12 ਸੀਟਾਂ ਘਰਾਂ 'ਚ ਬਣ ਗਈਆਂ ਨੇ। ਪਹਿਲਿਆਂ ਸਮਿਆਂ ਦੇ ਵਿੱਚ ਆਮ ਲੋਕ ਜਿਹੜੀ ਸਰੀਰ ਦੀਆਂ ਕਿਰਿਆਵਾਂ ਕਰਨ ਵਾਸਤੇ ਖੇਤਾਂ ਜਾਂਦੇ ਹੁੰਦੇ ਸੀ, ਅਤੇ ਉਹ ਸਰੀਰਕ ਕਿਰਿਆ ਇੱਕ ਖੇਤ ਵਿੱਚ ਫਸਲ ਵਾਸਤੇ ਇੱਕ ਐਨਰਜੀ ਵੀ ਸੀ ਉਹ ਬਹੁਤ ਵੱਡੀ। ਹੁਣ ਉਹ ਚੀਜ਼ ਉਹ ਜਾਂਦੀ ਸੀ, ਸਿੱਧਾ ਨਹੀਂ ਸੀ ਪਰ ਇਨਡਾਇਰੈਕਟ ਤੇ ਉਹ ਚੀਜ਼ਾਂ ਸਾਡੇ ਅੰਦਰ ਜਾ ਰਹੀਆਂ ਸੀ ਨਾ। ਫਸਲ ਤੋਂ ਕੋਈ ਨਫ਼ਰਤ ਨਹੀਂ, ਪਰ ਇੱਦਾਂ ਦਾ ਭਾਸ਼ਣ ਬੋਲ ਕੇ ਹੁਣ ਇਹ ਕੋਈ ਗੱਲ ਗੁਰਬਾਣੀ ਦੇ ਹਿਸਾਬ ਨਾਲ ਨਹੀਂ ਸੀ, ਉਹ ਬਾਬੇ ਦੀ ਆਪਣੀ ਮਤ ਬੁੱਧ ਦੇ ਮੁਤਾਬਕ ਖਿਆਲ ਸੀ ਅਤੇ ਉਹ ਇੱਦਾਂ ਲੋਕਾਂ ਦਾ ਪ੍ਰਚਾਰ ਕਰਦਾ ਸੀ, ਯਾਨੀ ਕਿ ਉਹ ਲੋਕਾਂ ਨੂੰ ਇੱਦਾਂ ਦੀਆਂ ਗੱਲਾਂ ਤੋਂ ਸਿੱਖਿਆ ਦੇਣ ਦਾ ਯਤਨ ਕਰਦਾ ਸੀ ਕਿ ਗੁਰਬਾਣੀ ਇਹਨਾਂ ਚੀਜ਼ਾਂ ਦੇ ਵਿਰੋਧ 'ਚ ਹੈ, ਬਾਣੀ ਸਾਨੂੰ ਇੱਦਾਂ ਪ੍ਰੇਰਨਾ ਕਰਦੀ ਹੈ। ਆਪ ਸਾਰੀ ਜ਼ਿੰਦਗੀ ਮਾਸ ਦੇ ਵਿਰੋਧ ਬੋਲਣ ਵਾਲਾ ਉਹ ਬਾਬਾ ਪਖੰਡੀ ਬਾਬਾ ਆਪ ਰੇਪ ਦੇ ਕੇਸ ਵਿੱਚ ਫਸਿਆ। ਆਪ ਉਹਦੇ 'ਤੇ ਇਹ ਇਲਜ਼ਾਮ ਲੱਗੇ ਕਿ ਉਹ ਲੋਕਾਂ ਨੂੰ ਧੀਆਂ ਨੂੰ ਪੁੱਤਰ ਦਿੰਦਿਆਂ ਪਤਾ ਨਹੀਂ ਕਿੰਨੀਆਂ ਬੱਚੀਆਂ ਮਾਤਾ ਦੇ ਗਰਭ ਵਿੱਚ ਉਹਨੇ ਮਰਵਾਈਆਂ। ਉਹ 'ਤੇ ਸਮਾਂ ਪਾ ਕੇ ਡਾਕਟਰ ਦੀ ਜ਼ਮੀਰ ਜਾਗੀ ਅਤੇ ਉਹਨੇ ਤੌਬਾ ਕੀਤੀ ਅਤੇ ਫਿਰ ਜਾ ਕੇ ਲੋਕ ਹੌਲੀ ਹੌਲੀ ਸੁਚੇਤ ਹੋਏ। ਪਰ ਫਿਰ ਵੀ ਜਿਹੜੇ ਮਤਲਬ ਇੱਦਾਂ ਕਹਿ ਲਓ ਵੀ ਚਾਪਲੂਸ ਕਿਸਮ ਦੇ ਲੋਕ ਹੁੰਦੇ ਨੇ, ਉਹ ਇਹਨਾਂ ਗੱਲਾਂ ਨੂੰ ਸਮਝਣ ਨੂੰ ਤਿਆਰ ਨਹੀਂ। ਉਹਨਾਂ ਵਾਸਤੇ ਉਹ ਬਾਬਾ ਰੱਬ ਹੀ ਬਣਿਆ ਰਹਿਣਾ। ਪਰ ਗੱਲ ਫਿਰ ਉਹ ਸਮਝਾਇਆ ਉਹਨੂੰ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ। ਕਾਸ਼ ਕਿਤੇ ਅਸੀਂ ਗੁਰਬਾਣੀ ਨੂੰ ਇੱਦਾਂ ਤਰੀਕਿਆਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਅਤੇ ਗੁਰਬਾਣੀ ਇੱਕ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕਰਦੀ। ਮੈਂ ਬੰਗਲਾ ਸਾਹਿਬ ਤੋਂ ਕਥਾ ਕਰਦਿਆਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਸਾਨੂੰ ਗੁਰਬਾਣੀ ਦੇ ਇਹਨਾਂ ਵਿਸ਼ਿਆਂ ਨੂੰ ਕਲੀਅਰ ਕਰਨਾ ਚਾਹੀਦਾ ਤਾਂ ਕਿ ਜਿਹੜੇ ਖਿਡਾਰੀ ਸਾਡੇ ਵੀਰ ਆ, ਜਿਹੜੇ ਬੱਚੇ ਇਸ ਬੰਨੇ ਆਉਣਾ ਚਾਹੁੰਦੇ ਆ, ਉਹਨਾਂ ਦੇ ਮਨ 'ਚ ਕੋਈ ਭਰਮ ਭੁਲੇਖਾ ਨਾ ਰਹੇ। ਆ ਜਿਹੜੇ ਕਈ ਜਿਮ ਜਾਂਦੇ ਆ, ਕਈ ਪਹਿਲਵਾਨੀ ਕਰਦੇ ਆ, ਕਈ ਕਬੱਡੀ ਖੇਡਦੇ ਆ, ਜਿਹੜੀ ਵੀ ਗੇਮ ਦੇ ਵਿੱਚ ਜਾਂਦੇ ਆ, ਜਦੋਂ ਉਹਨਾਂ ਨੂੰ ਨੌਨ ਵੈਜ ਖਾਣ ਵਾਸਤੇ ਉੱਥੇ ਦਿੱਤਾ ਜਾਂਦਾ ਅਤੇ ਉਹ ਵਿਚਾਰੇ ਮਨਾਂ ਵਿੱਚ ਸਵਾਲ ਪੈਦਾ ਹੁੰਦਾ ਵੀ ਕੀ ਕਰੀਏ ਅਸੀਂ। ਅਤੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਵੀ ਗੁਰਮਤ ਦਾ ਵਿਸ਼ਾ ਨਹੀਂ, ਇਹ ਡਾਕਟਰੀ ਵਿਸ਼ਾ ਸੀ, ਇਹ ਧਰਮ ਦਾ ਵਿਸ਼ਾ ਨਹੀਂ। ਜਿਹੜੇ ਵਕਾਰਾਂ ਦਾ ਸੰਬੰਧ ਹੈ ਉਹ ਤਾਂ ਬੰਦਾ ਪਾਣੀ ਵੀ ਇਕੱਲਾ ਪੀ ਲਵੇ ਨਾ, ਵਕਾਰਾਂ ਦਾ ਸੰਬੰਧ ਤੁਹਾਡੀ ਸੋਚਣ ਸ਼ਕਤੀ ਦੇ ਨਾਲ ਹੈ। ਹੁਣ ਜੇ ਬੰਦਾ ਕੋਈ ਗੰਦੀ ਚੀਜ਼ ਪੜ੍ਹ ਰਿਹਾ ਹੈ, ਗੰਦੇ ਖਿਆਲ ਦਿਮਾਗ 'ਚ ਲੈ ਕੇ ਆ ਰਿਹਾ, ਤਾਂ ਮੈਂ ਕਹਿੰਦਾ ਭਾਵੇਂ ਉਹ ਸੁੱਕੇ ਘਾਹ ਪੱਤੇ ਖਾ ਕੇ ਵੀ ਆਪਣੀ ਜ਼ਿੰਦਗੀ ਵਿੱਚ ਵਕਾਰੀ ਹੋ ਸਕਦਾ। ਹੁਣ ਇੱਥੇ ਵਿਖਿਆਨ ਸ਼ਬਦ ਵਰਤੇ ਹੈ, ਵਿਖਿਆਨ ਸਿਉ ਕਾਹੇ ਰਚਿਓ, ਤੂੰ ਵਿਸ਼ਿਆਂ ਵਿੱਚ ਕਿਉਂ ਰਚਿਆ ਪਿਆ, ਨਿਮਖ ਨਾ ਹੋਏ ਉਦਾਸ, ਤੂੰ ਨਿਮਖ ਮਾਤਰ ਵੀ ਇਹ ਤੋਂ ਪਰਾਂ ਨਹੀਂ ਜਾਂਦਾ। ਅਤੇ ਇਹਦਾ ਇਹ ਨਾ ਅਰਥ ਸਮਝ ਲਓ ਵੀ ਭਾਰੀ ਖੁਰਾਕ। ਹੁਣ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਅਕਾਲੀ ਫੂਲਾ ਸਿੰਘ, ਜਦੋਂ ਆਪਾਂ ਪੁਰਾਣੇ ਸਿੱਖਾਂ ਦੀਆਂ ਗੱਲਾਂ ਕਰਦੇ ਹਾਂ, ਹਰੀ ਸਿੰਘ ਨਲੂਆ, ਕਿੰਨੀਆਂ ਭਾਰੀਆਂ ਖੁਰਾਕਾਂ ਸੀ, ਪਰ ਉਹਨਾਂ ਦਾ ਕਿਰਦਾਰ ਅਤੇ ਕਰੈਕਟਰ। ਬਾਨੂ ਬੇਗਮ ਵਰਗੀ ਔਰਤ ਆਉਂਦੀ ਹੈ ਉੱਥੇ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ, ਤੋ ਕਿਰਦਾਰ ਕਿੰਨਾ ਉੱਚਾ ਸੀ। ਤੋ ਜਿਹੜਾ ਮਨ ਦੀ ਖੁਰਾਕ ਹੋਰ ਹੈ, ਤਨ ਦੀ ਖੁਰਾਕ ਹੋਰ ਹੈ। ਇਹਨਾਂ ਦੋਵਾਂ ਚੀਜ਼ਾਂ ਨੂੰ ਅਲੱਗ-ਅਲੱਗ ਕਰਨਾ ਹੈ ਆਪਾਂ। ਜੇ ਦੋਵੇਂ ਚੀਜ਼ਾਂ ਮਿਕਸ ਕਰਤੀਆਂ ਗੱਲ ਸਮਝ ਵਿੱਚ ਨਹੀਂ ਪਏਗੀ। ਤਾਂ ਹੀ ਤਾਂ ਬਾਰ-ਬਾਰ ਇੱਕ ਚੀਜ਼ ਮੈਂ ਆਪਣੀ ਜਦੋਂ ਕਥਾ ਵਿਚਾਰ ਕਰੀ ਦੀ ਉਹ 'ਚ ਦੁਹਰਾਈ ਦੀ ਹੈ ਵੀ ਆਪ ਪੜ੍ਹੋ ਇੱਕ ਵਾਰ, ਨਾ ਇਹਨਾਂ ਪਖੰਡੀਆਂ ਮਗਰ ਤੁਰੇ ਫਿਰੋ। ਇਹਨਾਂ ਤੁਹਾਨੂੰ ਵੇਖੋ ਜਦੋਂ ਕਿਸੇ ਨੂੰ ਖ਼ਤਮ ਕਰਨਾ ਨਾ, ਉਹਦੀ ਬੋਲੀ, ਉਹਦੀ ਖੁਰਾਕ, ਇਹ ਸਭ ਚੀਜ਼ਾਂ ਉੱਤੇ ਹਮਲੇ ਹੁੰਦੇ ਨੇ। ਸਾਡੇ ਹੋਏ ਨੇ, ਸਾਡੀ ਖੁਰਾਕ 'ਤੇ ਵੀ ਹਮਲਾ ਹੋਇਆ, ਸਾਡੀ ਬੋਲੀ 'ਤੇ ਵੀ ਹਮਲਾ ਹੋਇਆ, ਹਰ ਇੱਕ ਚੀਜ਼ 'ਤੇ ਹਮਲਾ ਹੋਇਆ। ਤਾਂ ਤੁਸੀਂ ਵੇਖ ਲਓ ਅੱਜ ਨਸ਼ਿਆਂ 'ਚ ਡੁੱਬਦੇ ਪਏ ਹਾਂ, ਦੂਜੀਆਂ ਚੀਜ਼ਾਂ ਪੁੱਛਦੇ ਪਏ ਹਾਂ। ਨਸ਼ਿਆਂ ਵਿੱਚ ਅਸੀਂ ਬਰਬਾਦ ਹੋ ਗਏ, ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਸੀ ਉਹ ਛੱਡ ਕੇ ਬੈਠੇ ਹੋਏ ਹਾਂ। ਤਾਂ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਹੁਣ ਇੱਥੇ ਲਿਖਿਆ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ, ਅਜੋ ਬੇਕਾਰ ਨਾ ਛੋੜੇ ਪਾਪੀ ਮਨ ਮੰਦਾ। ਪਾਪੀ ਮਨ ਜਿਹੜਾ ਵਾ ਅਜੇ ਵੀ ਵਿਕਾਰ, ਵਿਸ਼ੇ ਵਿਕਾਰ ਭੋਗਣੋਂ ਹਟ ਨਹੀਂ ਰਿਹਾ। ਉਹਨੂੰ ਅਜੇ ਇੰਨੀ ਮਤਲਬ ਹੌਲੀ ਖੁਰਾਕ ਖਵਾ ਕੇ ਵੀ ਵੇਖ ਲਿਆ। ਕਹਿੰਦੇ ਕਿਉਂ ਛੂਟੋਂ ਕੈਸੇ ਤਰੋਂ, ਕਿੱਦਾਂ ਮੈਂ ਛੁੱਟਾਂ, ਕਿੱਦਾਂ ਤਰਾਂ, ਕਿੱਦਾਂ ਮੈਂ ਆਪਣੇ ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਬਚਾਵਾਂ। ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਹੇ ਮੇਰੇ ਬੀਠਲ ਵਾਹਿਗੁਰੂ ਪ੍ਰਮਾਤਮਾ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਇਹਨਾਂ ਵਿਸ਼ਿਆਂ 'ਚੋਂ ਵਿਕਾਰਾਂ 'ਚੋਂ ਬਚਾ ਲਵੋ। ਕਿਤੇ ਵਿਖੇ ਵਿਖੇ ਕੀ ਬਾਸਨਾ, ਇੱਥੇ ਕਹਿੰਦਾ ਵਿਖੇ ਨੂੰ ਸਿਉ ਕਾਹੇ ਰਚਿਓ, ਵਿਖੇ ਵਿਖੇ ਕੀ ਬਾਸਨਾ।
ਕਿਤੇ ਤਜੀ ਨਾ ਜਾਈ। ਹੁਣ ਵਿਸ਼ਿਆਂ ਵਕਾਰਾਂ ਦੀਆਂ ਵਾਸ਼ਨਾਵਾਂ ਵੱਖਰੀਆਂ ਵੱਖਰੀਆਂ ਜਿਹੜੀਆਂ ਨੇ, ਇਹਨੂੰ ਚੋਗਾ ਵੀ ਆਖਿਆ, ਮਾਇਆ ਜਾਲ ਪਸਾਰਿਆ ਵੀ ਆਖਿਆ, ਭੀਤਰ ਚੋਗ ਬਣਾਏ। ਇਹਨੂੰ ਇੱਦਾਂ ਵੀ ਲਿਖਿਆ ਕਿ ਜਾਲੀ ਰਹਿਣ ਜਾਲ ਦਿਨ ਹੋਊਗਾ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੈ ਛੂਟ ਸਮੂੜੇ ਕਵਣ ਗੁਣੀ। ਜਿਹੜੇ ਮਨ ਜਿਹੜਾ ਇਹਨਾਂ ਵਿਸ਼ਿਆਂ ਵਕਾਰਾਂ 'ਚ ਖੁੱਭਿਆ ਪਿਆ, ਚਸਕੇ ਲੈ ਰਿਹਾ, ਸਵਾਦ ਲੈ ਰਿਹਾ ਇਹਨੂੰ। ਤੂੰ ਨੇ ਤੇ ਸ਼ਬਦ ਵਰਤਿਆ, ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਬਿਖੇ ਬਿਖੇ ਕੀ ਬਾਸਨਾ ਤਜੀ ਨਹਿ ਜਾਈ, ਅਨਕ ਜਤਨ ਘਰ ਰਾਖੀਏ ਫਿਰ ਲਪਟਾਈ। ਬੜੇ ਯਤਨ, ਹੁਣ ਯਤਨ ਕਿਹੜੇ ਕੀਤੇ ਸੀ? ਯਤਨ ਇਹ ਕਰਕੇ ਵੇਖੇ ਵੀ ਘਰ ਛੱਡ ਕੇ ਵੇਖ ਲਓ, ਤੁਸੀਂ ਸਮਾਜ ਛੱਡ ਕੇ ਵੇਖ ਲਓ, ਪਰਿਵਾਰ ਛੱਡ ਕੇ ਵੇਖ ਲਓ, ਸ਼ਾਇਦ ਮਨ ਵਿਸ਼ਿਆਂ ਵਕਾਰਾਂ ਤੋਂ ਬਚ ਜਾਏ। ਜਿਹੜੇ ਲੋਕ ਸਮਾਧੀਆਂ ਲਾਉਣ ਤੁਰ ਪਏ, ਜੰਗਲਾਂ ਤੁਰ ਪਏ, ਪਹਾੜਾਂ ਦੀਆਂ ਕੁੰਦਰਾਂ ਚਲੇ ਗਏ, ਇਹ ਲੋਕ ਕਿਉਂ ਗਿਆ ਸੀ ਇਹਨਾਂ ਦਿਮਾਗ 'ਚ ਵੀ ਦੁਨੀਆ ਛੱਡ ਦੇਵਾਂਗੇ, ਜਦੋਂ ਦੁਨੀਆ ਨਹੀਂ ਵੇਖਾਂਗੇ ਤਾਂ ਵਕਾਰ ਕਿੱਥੋਂ ਹੋਣੇ ਨੇ। ਪਰ ਬਾਣੀ ਦਾ ਵਾਕ ਹੈ ਨਾ, ਪੂੰਅਰ ਤਾਪ ਗੇਰੂ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸ, ਦੇਸ਼ ਛੋੜ ਪਰਦੇਸੇ ਤਾਂ ਪੰਚ ਚੰਡਾਲ ਨਾਲੇ ਲੈ। ਉਹ ਕਮਲੇ ਭੁੱਲ ਗਏ ਵੀ ਤੁਸੀਂ ਇੱਥੇ ਮਰਜ਼ੀ ਸਮਾਧੀ ਲਾ ਲਓ, ਪੰਜ ਚੰਡਾਲ ਤੇ ਇੱਥੇ ਬੈਠੇ ਨੇ, ਉਹ ਥੋੜ੍ਹਾ ਤੁਸੀਂ ਛੱਡ ਕੇ ਆਏ ਆ, ਉਹ ਤਾਂ ਤੁਹਾਡੇ ਨਾਲ ਤੁਰੇ ਫਿਰਦੇ, ਤੁਹਾਡੇ ਅੰਦਰ ਨੇ। ਤਾਈਓ ਤੁਸੀਂ ਵੇਖੋ ਵੀ ਜਿਹੜਾ ਇੱਕ ਗ੍ਰਸਤ ਤੋਂ ਤਾਂ ਭਗੌੜੇ ਸੀ, ਤਾਈਓ ਵੇਖੋ ਜਿਸ ਪਖੰਡਵਾਦ ਤੋਂ ਸਤਿਗੁਰ ਦੀ ਬਾਣੀ ਨੇ ਸਾਨੂੰ ਲੰਬਾ ਟਾਈਮ ਲਾ ਕੇ ਕੱਢਿਆ। ਅੱਜ ਤੁਸੀਂ ਵੇਖੋ ਗ੍ਰਸਤੀ ਬੰਦਾ ਇੱਕ ਤਿਆਗੀ ਕੋ ਜਾ ਰਿਹਾ, ਹੱਥ ਜੋੜ ਰਿਹਾ, ਇੱਦਾਂ ਤੁਸੀਂ ਅੱਜ ਵੀ ਵੇਖ ਲਓ। ਅੱਜ ਜਿਹੜੇ ਨਵੇਂ ਰੱਬ ਦਾ ਸ਼ੋਸ਼ਾ ਛੱਡ ਕੇ ਬੈਠੇ, ਸਾਨੂੰ ਰੱਬ ਦੀ ਸਮਝ ਆ ਗਈ, ਅੱਜ ਲੋਕਾਂ ਦੇ ਘਰਾਂ ਚਰਨ ਪਾਉਣ ਦੇ ਵੀ ਪੈਸੇ ਲੈ ਰਹੇ। ਮਤਲਬ ਕਿਹੜੀ ਕ੍ਰਾਂਤੀ? ਗ੍ਰਸਤੀ ਬੰਦੇ ਹੱਥ ਜੋੜ ਕੇ ਤੁਹਾਡੇ ਗੋਡੀਆਂ ਹੱਥ ਲਾ ਰਹੇ, ਸ਼ਰਮ ਨਹੀਂ ਆ ਰਹੀ? ਚਲੋ ਬਾਕੀ ਪਖੰਡੀ ਸੀ, ਤੁਸੀਂ ਭਾਈ ਹੋ ਕੇ ਵੀ ਆਪਣੇ ਪੈਰਾਂ ਦੇ ਮੱਥੇ ਟਿਕਾਈ ਜਾਂਦੇ ਅਜੇ ਵੀ। ਇੱਦਾਂ ਗ੍ਰਸਤੀ ਬੰਦਾ ਹੱਥ ਜੋੜ ਕੇ ਖਲੋਤਾ ਤੇ ਬਾਬਾ ਜੀ ਚੋਲਾ ਪਾ ਕੇ ਜਿੱਦਾਂ ਵਿੱਚ ਟੌਰ ਨਾਲ ਤੁਰਦੇ ਆ ਰਹੇ ਜੀ, ਉਹ ਲੋਕ ਉਹਨਾਂ ਦੇ ਪੈਰਾਂ ਦੇ ਮੱਥੇ। ਉਹੋ ਜਿਹੇ ਮਤਲਬ ਝੁੱਡੂ ਕਿਸਮ ਦੇ ਲੋਕ ਆ ਜਿਹੜੇ ਇਹੋ ਜਿਹੇ ਸ਼ੁਕਰਿਆਂ ਵਿੱਚੋਂ ਵੀ ਰੱਬ ਵੇਖਦੇ ਪਏ ਆ, ਜਿਹੜੇ ਉਹਨਾਂ 'ਚੋਂ ਬ੍ਰਹਮ ਗਿਆਨ ਤਾਂ ਦਾਦਾ ਦਾਦੀ, ਮਾਂ ਬਾਪ, ਭੈਣ ਭਰਾ, ਪਰਿਵਾਰਾਂ ਦੇ ਰਿਸ਼ਤੇ ਤਾਰ ਕਰਕੇ ਬੈਠੇ ਆ, ਤੇ ਅਸੀਂ ਵਿਹਲਾਂ ਦੇ ਗਾੜੀ ਹੱਥ ਜੋੜ ਕੇ ਬੈਠੇ। ਕਦੀ ਸੋਚ ਕੇ ਵੇਖਿਓ ਤੁਸੀਂ ਅਸੀਂ ਕਿੱਥੇ ਖਲੋਤੇ ਹਾਂ। ਤਾਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਕੀ ਕਰੀ? ਪੂੰਅਰ ਤਾਪ ਗੇਰੂ ਕੇ ਬਸਰਾ। ਗ੍ਰਸਤੀ ਦੀ ਲੜਾਈ ਤਾਂ ਸਗੋਂ 2-4 ਬੱਚਿਆਂ ਤੱਕ ਸੀਮਿਤ ਹੁੰਦੀ ਆ। ਤਿਆਗੀ ਦਾ ਤੇ ਵੱਡਾ ਬਖੇੜਾ ਖੜਾ ਹੋਣਾ, ਹਰ ਡੇਰੇ ਦਾ ਬਖੇੜਾ ਖੜਾ ਹੋਣਾ, ਜਿੰਨਾ ਮਰਜ਼ੀ ਕੋਈ ਡਿੰਗਾ ਮਾਰੇ, ਲੜਾਈ ਗੱਦੀ ਤੋਂ ਪੈਣੀ ਆ। ਕਿਉਂਕਿ ਜਦੋਂ ਉਹ ਉੱਥੇ ਸਥਾਪਿਤ ਬੈਠਾ, ਜਦੋਂ ਦੂਜੇ ਨੇ ਆਣ ਕੇ ਬਹਿਣਾ, ਦੂਜੇ ਕਹਿਣਾ ਮੈਂ ਤੇਰੀ ਕੋ ਮੰਨਣਾ ਭਾਈ ਸਾਹਿਬ ਤਾਂ ਚਲੇ ਗਏ ਹੁਣ ਦੁਨੀਆ ਤੋਂ। ਤੁਸੀਂ ਇੱਕ ਪੰਜਾਬ ਦਾ ਇੱਕ ਡੇਰਾ ਵਿਖਾ ਦਿਓ ਜਿੱਥੋਂ ਇੱਕ ਤੋਂ ਬਾਅਦ ਮੁੜ ਕੇ ਕੁਛ ਕਿੰਨੀਆਂ ਸ਼ਾਖਾਵਾਂ, ਜਿਵੇਂ ਗੁਲਾਬ ਦੀ ਕਲਮ ਹੁੰਦੀ ਹੈ ਨਾ, ਉਹ ਕੱਟੋ ਤੋਂ ਗਾੜੀ ਕਿੰਨੀਆਂ ਗਾੜੀ ਫਿਰ ਲਗਰਾਂ ਫੁੱਟਦੀਆਂ। ਸੇਮ ਇੱਦਾਂ ਹੀ ਆ, ਇੱਕ ਡੇਰੇ ਤੋਂ ਫਿਰ ਕਿੰਨੀਆਂ ਲਗਰਾਂ ਅੱਗੇ ਫੁੱਟਦੀਆਂ। ਕਿਉਂਕਿ ਇਹ ਦਿਮਾਗ 'ਚ ਵੀ ਸ਼ਾਇਦ ਵਿਸ਼ੇ ਵਕਾਰ ਗ੍ਰਸਤ ਵਿੱਚ ਰਹਿੰਦੇ ਆ, ਪਰਿਵਾਰ 'ਚ ਰਹਿੰਦੇ ਆ, ਇੱਥੇ ਹੀ ਵਿਸ਼ੇ ਵਕਾਰ ਆਉਣੇ ਆ। ਨਹੀਂ ਭਾਈ, ਵਿਸ਼ਿਆਂ ਵਕਾਰਾਂ ਦਾ ਸੰਬੰਧ, ਬੁਰਾਈ ਦਾ ਸੰਬੰਧ ਤੁਹਾਡੀ ਸੁਰਤ ਨਾਲ ਹੈ, ਇਹਦਾ ਸੰਬੰਧ ਤੁਹਾਡੇ ਬਾਹਰ ਨਾਲ ਨਹੀਂ ਹੈ। ਗੁਰੂ ਸਾਹਿਬ ਜੀ ਨੂੰ ਇਸ ਗੱਲ ਦਾ ਨਹੀਂ ਸੀ ਪਤਾ, ਇਸੇ ਕਰਕੇ ਤੇ ਸਤਿਗੁਰ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਸੀ ਵੀ ਪਰਿਵਾਰ 'ਚ ਰਹੋ। 10 ਪਾਤਸ਼ਾਹੀਆਂ ਵਿੱਚੋਂ ਇੱਕੋ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਛੋਟੀ ਆਰਜੂ ਹੋਣ ਕਰਕੇ ਜਿਹੜੇ ਵਿਆਹੇ ਨਹੀਂ ਸੀ, ਬਾਕੀ 9 ਦੀਆਂ 9 ਪਾਤਸ਼ਾਹੀਆਂ ਗ੍ਰਸਤੀ, ਉਹਨਾਂ ਦੇ ਵਿਆਹ ਹੋਏ, ਉਹਨਾਂ ਦੇ ਗੜੀ ਬੱਚੇ ਹੋਏ। ਇੱਥੇ ਲੋਕ ਡੇਰੇਦਾਰ ਵਿਖਾ ਦਿਓ ਕਿਹੜਾ ਵਿਆਹ ਹੈ, ਲੋਕ ਭੱਜੇ ਜਾਂਦੇ ਆਪਣੇ ਘਰਾਂ ਦੇ ਸਮੱਸਿਆ ਲੈ ਕੇ ਉਹਨਾਂ ਕੋਲੋਂ। ਸਾਡਾ ਪੁੱਤਰ ਨਹੀਂ ਆਖੇ ਲੱਗਦਾ, ਸਾਡੀ ਮੱਝ ਨਹੀਂ ਮਿਲਦੀ, ਸਾਡੀ ਨੂੰਹ ਤੇ ਪੁੱਤ ਨਹੀਂ ਬਣਦੀ। ਵੀ ਜਿਨ੍ਹਾਂ ਕੋਲ ਪੁੱਛ ਕੇ ਜਾ ਰਹੇ ਜੇ, ਪੁੱਛਣ ਜਾ ਰਹੇ ਜੇ, ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ, ਉਹਨਾਂ ਨੂੰ ਆਪਣੇ ਤਜਰਬੇ 'ਚੋਂ ਗੱਲਾਂ ਨਿਕਲਦੀਆਂ ਨੇ। ਗੁਰੂ ਸਾਹਿਬ ਦੀ ਜ਼ਿੰਦਗੀ ਦੇ ਕੋਈ ਤਜਰਬੇ ਸੀ। ਬਾਣੀ ਪੜ੍ਹੋ, ਸਮਝੋ, ਵਿਚਾਰੋ, ਆਪਣੇ ਘਰਾਂ 'ਚ ਗੁਰਬਾਣੀ ਦੀ ਵਿਚਾਰ ਵਾਲੇ ਬੰਨੇ ਆਪਣੇ ਆਪ ਨੂੰ ਜੋੜਨ ਦਾ ਯਤਨ ਕਰੋ। ਤੂੰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਬਿਖੀਅਨ ਸਿਉ ਕਾਹੇ ਰਚਿਓ, ਤੂੰ ਵਿਸ਼ਿਆਂ ਵਕਾਰਾਂ ਦੇ ਵਿੱਚ ਭਾਈ ਕਿਉਂ ਇਤਨਾ ਮਸਤ ਰਹਿਣਾ? ਇੱਕ ਕੁਐਸਚਨ ਹੈ, ਇੱਕ ਕੁਐਸਚਨ ਮਾਰਕ ਹੈ। ਬਿਖੀਅਨ ਸਿਉ ਕਾਹੇ ਰਚਿਓ, ਤੂੰ ਵਿਸ਼ਿਆਂ ਵਕਾਰਾਂ ਵਿੱਚ ਇੰਨਾ ਮਸਤ ਕਿਉਂ ਰਹਿਣਾ ਹੈ? ਤੇ ਪਹਿਲੇ ਸ਼ਲੋਕ 'ਚ ਗੱਲ ਕਹੀ ਸੀ ਵੀ ਜਨਮ ਅਕਾਰਥ ਕੀਨ, ਐਦਾਂ ਜਨਮ ਅਕਾਰਥ ਗਿਆ, ਵਿਸ਼ਿਆਂ ਵਕਾਰਾਂ 'ਚ ਮਸਤ ਰਹਿਣ ਕਰਕੇ ਆਪਣਾ ਜਨਮ ਵਿਅਰਥ ਗਵਾ ਲਿਆ। ਕਹਿੰਦੇ ਕਿ ਬਿਖੀਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਮਾਤਰ ਵੀ ਤੇਰਾ ਮਨ ਉਦਾਸ ਨਹੀਂ ਹੁੰਦਾ। ਸਾਡਾ ਮਨ ਉਦਾਸ ਹੁੰਦਾ ਗੁਰਦੁਆਰੇ, ਸਾਡਾ ਮਨ ਉਦਾਸ ਹੁੰਦਾ ਚੰਗੇ ਕੰਮ ਕੀਤੇ, ਮਾੜੇ ਕੰਮ ਕੀਤੇ ਤੇ ਮਨ ਉਦਾਸ ਹੁੰਦਾ ਹੀ ਨਹੀਂ। ਇਸੇ ਕਰਕੇ ਤੇ ਅੰਮ੍ਰਿਤ ਕੌੜਾ ਵਾ ਤੇ ਬਿਖਿਆ ਮਿੱਠੀ ਆ। ਬਿਖ ਮਿੱਠੀ ਲੱਗ ਰਹੀ ਆ, ਅੰਮ੍ਰਿਤ ਕੌੜਾ ਲੱਗ ਰਿਹਾ। ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਣੋ ਡੀਠੀ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਚੰਗੇ ਕੰਮਾਂ ਲਈ ਤੂੰ ਢਿੱਲਾ ਢਿੱਲਾ, ਤੋਟੇ ਕੋ ਬੇਗਤਾਇਆ, ਸਸਤ ਵਖਰ ਤੂੰ ਕਿੰਨੇ ਨਹੀਂ। ਜਿਹੜਾ ਸੌਦਾ ਸਸਤਾ ਸੀ ਉਹ ਤਾਂ ਤੂੰ ਇਕੱਠਾ ਨਹੀਂ ਕੀਤਾ, ਪਾਪੀ ਵਾਧਾ ਰੇ ਨਾਇਆ। ਬਿਖੀਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ।
रे मूड़े लाहे को तू ढीला ढीला, टोटे को बेगताया। टोटा मीन घाटा। घाटे वाले कामां 'च वेखो किन्नी ताकत। विषयां वकारां 'च पै के कोई बंदा कहे जी मैं बड़ा सुखी होया, सवाल ही नहीं पैदा होंदा। रे मूड़े लाहे को तू ढीला ढीला, टोटे को बेगताया। सस्त वखर तू किन्ने नाही, पापी बाधा रे नाया। पापी बाधा रे, पापी बंदा इन्हां कम्मां 'च फसिया पे। बिखिन स्यों काहे रचियो, निमख न होए उदास। निमख मात्र भी तू इन्हां विषयां वकारां तो उदास नहीं हुंदा। ऐ खुबिया पिया। ताइयों आखिया कबीर पापी भगत ना पावे। पापी बंदे नूं भगती क्यों नहीं चंगी लगदी? पापी कौन है? मन के तल ते जिहड़े माड़े ख्याल आ रहे हैं, माड़े संकल्प विकल्प विचारां आ रही, ये पाप है। हुण जिस बंदे दे मन विच माड़े ख्याल है, उन्होंने भगती कित्थों चंगी लगू? उन्होंने गुण चंगे लगने ही नहीं। कबीर पापी भगत ना पावे, हर पूजा ना सुहाए। उन्होंने हरि दी पूजा, हरि दी पूजा केड़ी? वो पूजा केड़ी? तेरा नाम करी चन्नाठिया। जे मन उरसा होए, करनी कुंगू, जेरले घट अंतर पूजा होए। हर पूजा आ पूजा नहीं उन्हें चंगी लगती। आ बाकी पूजा तो बड़ी चंगी लगती है। जे टल्लियां खड़काउणियां, भावें हजूर साहब जा खड़कवा लो उहदे कोलों, भावें आरतियां करा लो। ये पूजा तो ज़्यादा करदा तां कि लोकां 'च प्रभाव बने, मेरे नाल दा धर्मी कोई नहीं। जिहड़ी पूजा गुरमत ने दसी, वो पूजा नहीं चंगी लगती उन्होंने। आ चीज़ नोट करियो। जिहड़ी पूजा गुरु ने दसी वो नहीं चंगी लगती, पर जिहड़ी पूजा पखंडियां बाबियां ने दसी है, जिहड़ी पूजा अखौती धार्मिक लोगों ने दसी है, वो तो रज रज करदा। सगों अगे वो की कर, जिवें फिल्मां 'च नहीं हुंदी, फिल्मां दे विलन जिहड़े आ, जो फिल्मां दे जिहड़े विलन हुंदे आ, तुसीं वेखिआ शरेआम मंदिर 'च किदां पूजा करदे हो, किदां आरतियां करदे आ, किदां करदे आ। मैं पूरा मंदिर ही ब्लॉक करन दे, कोई इत्थे होर बंदा ਜਦੋਂ तक इत्थे साढ़े इलाके के ठाकुर साहब आण के पूजा नहीं करते। सेम वो स्टोरी बिल्कुल फिल्मां भी तो समाज वाल वेख के बणियां ने कि समाज 'च इदां हो रहा तो नहीं हो रहा। सेम इदां ही समाज में जिहड़े विलन किस्म के लोग किदां पूजा, किदां अकाल तख्त ते पाठ रखा के हत्थ जोड़ते, किदां मूर्तियां की ओपनिंग करते हैं, किदां मत्थे टेकते हैं, किदां जाके चादरां चढ़ाते हैं। ये पूजा तो बड़ी पसंद है इन्हों, बड़ी चंगी लगती है। 2-2 3-3 घंटे बंगलियां वांगू अखां नहीं खोलनियां। पर किहड़ी नहीं पसंद? आ नहीं पसंद। अमल कर धरती, आ नहीं पसंद। तेरा नाम करी चन्नाठिया। वाहिगुरू जी तुहाडा नाम मेरे लिए चंदन की लकड़ है। जे मन उरसा होए, मैं अपने मन नूं वो पत्थर बना लिया जे ते चंदन घसाया जाता है। करनी कुंगू जेरल है, जिहड़ा मेरा करनी है, मेरा करैक्टर है, एक केसर आ। तो घट अंतर पूजा होए, मेरे हुण हिरदे 'च अंदर ही पूजा होई जाती है। तो अंदर जिहड़ी अंदर होनी सी ना पूजा, वो नहीं पसंद, क्योंकि अंदर पाप सी। कबीर पापी भगत न भावी, अंदर पाप होने करके वो पूजा नहीं सी पसंद। जिहड़ी पूजा पखंडी बाबे जिहड़े अखौती धार्मिक लोग दसदे सी, ये तो बड़ी पसंद है। पता क्यों पसंद है? क्योंकि इस पूजा करने वालों लोगों 'च धार्मिक बनते हैं। लोगों 'च पता लगे, समैकां वेचण वाले, ड्रग वेचण वाले किसी मजहब नाल ही संबंध रखते हो, किदां गज वज के पूजा कराते, किदां साल बाद अखंड पाठ का भोग पाते हैं, किदां वो मूर्तियां की पूजा करते हैं, किदां वो देवी देवतियां के गाड़ी आके मत्थे टेकते। क्यों? लोगों 'च पता लगे भी इन्हां नाल दा धर्मी बंदा कोई नहीं। कर दे हर पूजा ना सहाय। तो इत्थे कबीर पापी भगत ना भावे, हर पूजा ना सुहाए। हरि की पूजा उन्होंने सोहनी नहीं लगती, सुख देने वाली नहीं लगती। माखी चंदन पर हर, जिवें मक्खी नूं चंदन ना पसंद, मक्खी कित्थे बहिंदी भला जाके? आपां नूं पता ना गंदगी है, पर मक्खी नूं पुछ के वेखो तो गंदगी के ढेर ते बहना पसंद करती है। जै बेगंध तैं जै, जिथे गंदगी हुंदी है उत्थे जांदी है। कि एक मक्खी वास्ते ये सलोक मक्खी वास्ते है? मक्खी सुभाल ही है। इसदा मतलब असीं मक्खी वाली जून भी भोग रहे हैं। ਜਦੋਂ सानू गुरबाणी ये नाम अमृत ये चंगिया नहीं लगता, विषय वकार चंगे लगते सानू। तो अज मक्खी किस्म के लोग नहीं किते गुरबाणी की गल कर लो तो उदासियाँ, गुरबाणी वाले बने साडा मन उदास हुंदा तो गंद सुन ली असीं घंटे बधी बह के भी सुन सकते। सब तो वधिया साधन साडे कोल गड्डी हुंदी है ना, तुसीं सफ़र कर रहे अपने परिवार नाल 4-5 घंटे, उत्थे सुन लो तुसीं कोई चंगी विचार, तुहाडे दिमाग 'च कोई चंगा ख्याल पै जाए, उत्थे भी गंद सुनते जाना। मैं कहना गाने भी सुन लो, पर गाने समाज को सेध देने वाले सुन लो। वो भी है, कई गायकों ने गाने चंगे गाए आ जिहड़े तुसीं अपने परिवार 'च बह के, बच्चों 'च बह के सुन सकते हो, गा सकते हो। कोई कीर्तन सुन लो, कोई गुरबाणी दी विचार सुन लो, कोई इतिहास पक्ष सुन लो, कोई तुहाडा मन कबीर मन पंखी पियो है ना,
उड उड दह दिश जाए, जो जैसी संगत मिले सो तैसो फल खाए। कई साडे वीर कनेडा अमेरिका ट्रक चलाਉਂਦੇ फोन आਉਂਦੇ, ਕਹਿੰਦੇ ਵੀਰ ਜੀ ਪਹਿਲਾਂ ਘੰਟਿਆਂ ਬੱਧੀ 15 ਦਿਨ ਦਾ ਟੂਰ ਹੁੰਦਾ ਸੀ, ਅਸੀਂ ਗੰਦ ਸੁਣੀ ਜਾਣਾ, ਕਹਿੰਦੇ ਹੁਣ ਬਸ ਹੈੱਡਫੋਨ ਲਾ ਲਈਦੇ ਆ, ਬਾਣੀ ਦੀ ਵਿਚਾਰ ਸੁਣੀ ਜਾਈਦੀ। ਇੱਦਾਂ ਆਪਣੇ ਆਪ ਨੂੰ ਮਹਿਸੂਸ ਕਰੀਦਾ ਕਿ ਅਸੀਂ ਉਸ ਦੀਵਾਨ 'ਚ ਹੀ ਬੈਠੇ ਹਾਂ। ਸਿਰ ਨਹੀਂ ਝੁਕਦਾ ਉਹਨਾਂ ਵਿਅਕਤੀਆਂ ਅੱਗੇ ਜਿਨ੍ਹਾਂ ਨੇ ਇਹ ਸਾਧਨ ਪੈਦਾ ਕੀਤੇ ਵੀ ਇੱਕ ਵਾਰ ਬੋਲੀ ਹੋਈ ਗੱਲ ਕਰੋੜਾਂ ਅਰਬਾਂ ਖਰਬਾਂ ਬੰਦਿਆਂ ਤੱਕ ਆਪਣੀ ਪਹੁੰਚ ਰਹੀ ਹੈ। ਤੇ ਕੋਈ ਬੰਦਾ ਹੋ ਸਕਦਾ, ਇੱਕ ਅੱਧਾ ਬੰਦਾ ਵੀ ਕਿਤੇ ਹੋ ਸਕਦਾ ਪੰਡਾਲ 'ਚ ਬੈਠੇ ਬੰਦੇ ਨੇ ਆਪਣੇ ਦਿਮਾਗ 'ਚ ਗੱਲ ਬਿਠਾਈ ਨਾ ਹੋਵੇ, ਤੇ ਦੂਰ ਬੈਠਾ ਬੰਦਾ ਵੀ ਆਪਣੇ ਦਿਮਾਗ 'ਚ ਗੱਲ ਬਿਠਾ ਗਿਆ। ਇਹਨੂੰ ਬਾਣੀ 'ਚ ਲਿਖਿਆ, ਗੁਰਸਭਾ ਏਮ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹੇ ਹਦੂਰ। तो इस करके साध संगत जी गुरु पातशाह जी कहते हैं विखियन स्यों काहे रचियो, एक क्वेश्चन मार्क है। ਅਸੀਂ ਤਾਂ ਮਿੰਟੋ ਮਿੰਟੀ ਇਹਨਾਂ ਸਲੋਕਾਂ ਨਾਲ ਇਹ ਜੋੜਿਆ, ਤੇ ਇਹ ਤਾਂ ਭੋਗ ਦੇ ਸਲੋਕ ਆ ਜੀ। ਜਦੋਂ ਇਹ ਪੜ੍ਹਨ ਦੋ ਭਾਈ ਸਾਹਿਬ ਤਾਬਿਆ ਬਹਿ ਕੇ ਗੁਣ ਗੋਬਿੰਦ ਗਾਇਓ ਨਹੀਂ, ਤੇ ਸਾਨੂੰ ਸਮਝ ਲੱਗਣ ਲੱਗ ਪੈਂਦੀ ਵੀ 10 15-20 ਮਿੰਟਾਂ ਦੀ ਖੇਡ ਰਹਿ ਗਈ ਹੈ, ਦੌਦਾ ਪਹੁੰਚੋ। ਇਹ ਸਲੋਕ ਸਮਝਣ ਦਾ ਵਿਸ਼ਾ ਸੀ। ਵਿਖਿਅਨ ਸਿਉ ਕਾਹੇ ਰਚਿਓ, ਤੂੰ ਵਿਸ਼ਿਆਂ ਨਾਲ ਕਿਉਂ ਰਚਿਆ। ਕੱਲਾ ਕੱਲਾ ਸਲੋਕ ਸਮਝ ਲਿਓ। ਜਦੋਂ ਕਿਸੇ ਪਾਠ ਦੇ ਭੋਗ 'ਤੇ ਜਾਓ, ਕਮ ਸੇ ਕਮ ਤੁਹਾਡੇ ਦਿਮਾਗ 'ਚ ਉਹਦੇ ਅਰਥ ਚੱਲਣ ਵੀ ਆਹ ਕਹਿ ਰਹੀ ਗੁਰਬਾਣੀ। ਪਰ ਉਹ ਹੀ ਜਿਹਨੇ ਧਿਆਨ ਨਾਲ ਸੁਣਿਆ ਹੋਏਗਾ। ਵਿਖਿਅਨ ਸਿਉ ਕਾਹੇ ਰਚਿਓ, ਇਹ ਕੁਐਸਚਨ ਮਾਰਕ ਹੈ। ਜਨਮ ਆਕਾਰਥ ਕੀਨ ਵਾਲੀ ਗੱਲ ਜਿਹੜੀ ਹੈ, ਉੱਤੇ ਲਫ਼ਜ਼ ਵਰਤਿਆ ਸੀ ਨਾ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਵਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਤੂੰ ਨਿਮਖ ਮਾਤਰ ਵੀ ਇਹਨਾਂ ਵਿਸ਼ਿਆਂ 'ਚੋਂ ਉਦਾਸ ਨਹੀਂ ਹੋਇਆ, ਭਾਵ ਉਪਰਾਮ ਨਹੀਂ ਹੋਇਆ, ਤੇਰਾ ਮਨ ਹਟਿਆ ਨਹੀਂ ਇਹ ਤੋਂ, ਤੂੰ ਖੁੱਭਿਆ ਪਿਆ ਸੀ। ਕਹੋ ਨਾਨਕ ਭਜ ਹਰ ਮਨਾ। ਨਾਨਕ ਜੀ ਕਹਿੰਦੇ ਨੇ, ਨੌਵੇਂ ਪਾਤਸ਼ਾਹ ਦੇ ਰੂਪ 'ਚ ਨਾਨਕ ਜੀ ਕਹਿੰਦੇ ਨੇ, ਭਜ ਹਰ ਮਨਾ, ਹੇ ਮਨਾ ਹਰੀ ਨੂੰ ਭਜ, ਸੱਚ ਨਾਲ ਸਾਂਝ ਪਾਲਾ। ਫਾਇਦਾ ਕੀ ਹੋਊਗਾ? ਕਹਿੰਦੇ ਪਰੇ ਨਾ ਜੰਮ ਕੀ ਫਾਸ, ਤੈਨੂੰ ਜੰਮ ਦੀ ਫਾਹੀ ਨਹੀਂ ਪਊਗੀ, ਤੂੰ ਜਮਾਂ ਤੋਂ ਬਚੇਗਾ, ਤੇਰੇ ਗਲ 'ਚ ਜੰਮ ਦਾ ਰੱਸਾ ਨਹੀਂ ਪਵੇਗਾ। ਜੰਮ ਕਿਹੜੇ ਆ? ਅਵਰ ਪੰਚ, ਹਮ ਏਕ ਜਨਾ, ਉਹ ਪੰਜ ਤੇ ਮੈਂ ਇਕੱਲਾ। ਕਿਉਂ ਰਾਖੂੰ ਘਰ ਬਾਹਰ ਮਨਾ, ਮੈਂ ਕਿਵੇਂ ਬਚਾਵਾਂ ਘਰ ਬਾਹਰ ਉਹਦੇ ਕੋਲੋਂ। ਮਾਰੈ ਲੂਟੈ ਨੀਤ, ਮਾਰਦੇ ਵੀ ਆ ਅਤੇ ਲੁੱਟਦੇ ਵੀ। ਮਾਰੈ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ, ਅੱਗੇ ਜਮਾਂ ਦਾ ਦਲ ਹੈ, ਉੱਤੇ ਪੰਜ ਕਹਿਤਾ। ਯਾਨੀ ਕਿ ਪੰਜ ਵਕਾਰ ਹੀ ਸਭ ਤੋਂ ਵੱਡੇ ਜਮ ਆ, ਜਿਨ੍ਹਾਂ ਦੀ ਫਾਹੀ ਮਨੁੱਖਾ ਤੇਰੇ ਗਲ ਵਿੱਚ ਪੈਣੀ ਆ। ਇਹ ਤੋਂ ਬਚਾ ਲਾ ਆਪਣੇ ਆਪ ਨੂੰ, ਇਹ ਤੋਂ ਆਪਣੇ ਆਪ ਨੂੰ ਜ਼ਿਆਦਾ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਆ, ਬੇਲੇਖਾ ਕਰ ਸਮਝਾਇਆ। ਹੁਣ ਥਾਂ ਨਾ ਹੋਵੇ ਪਾਉਂਦੀ, ਸੁਣੀਏ ਕਿਆ ਰਵਾਇਆ, ਮਨ ਅੰਦਾ ਜਨਮ ਗਵਾਇਆ। ਜਦੋਂ ਆਪਾਂ ਬਾਣੀ ਨੂੰ ਇਸ ਪੱਖ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਤੇਰੇ ਅੰਦਰ ਹੀ ਸਾਰਾ ਕੁਝ ਹੈ। ਤੂੰ ਇੱਥੇ ਸ਼ਬਦ ਵਰਤਿਆ, ਕਹੋ ਨਾਨਕ ਭਜ ਹਰ ਮਨਾ, ਹੇ ਨਾਨਕ ਆਖ, ਹੇ ਮਨਾ ਭਜ ਲਾ, ਯਾਦ ਕਰ ਲਾ। ਪਰੇ ਨਾ ਜੰਮ ਕੀ ਫਾਸ, ਤੂੰ ਜੰਮ ਦੀ ਫਾਹੀ ਤੋਂ ਬਚ ਜਾਏਗਾ। ਯਾਨੀ ਕਿ ਵਿਸ਼ਿਆਂ ਵਕਾਰਾਂ ਦੇ ਵਿੱਚ ਜੇ ਤੂੰ ਪਿਆ ਰਿਹਾ, ਤੈਨੂੰ ਜਮਾਂ ਤੋਂ ਕੋਈ ਨਹੀਂ ਉਹ ਬਚਾ ਸਕਦਾ। ਤੇ ਇਹ ਜੰਮ ਬਾਹਰ ਨਹੀਂ ਆ, ਜਿਵੇਂ ਪੂਜਾ ਬਾਹਰ ਨਹੀਂ ਸੀ ਨਾ, ਜੰਮ ਵੀ ਬਾਹਰ ਨਹੀਂ। ਜੰਮ ਭਜਾਈ ਫਿਰਦੇ ਆ। ਫਿਰ ਕਦੀ ਕਿਸੇ ਨੂੰ ਕਾਮ ਜੰਮ ਭਜਾਈ ਫਿਰਦਾ, ਕਿਸੇ ਨੂੰ ਕ੍ਰੋਧ ਜੰਮ ਭਜਾਈ ਫਿਰਦਾ, ਕਿਸੇ ਨੂੰ ਲੋਭ, ਹੰਕਾਰ, ਈਰਖਾ। ਇਹ ਸਭ ਜੰਮ ਨੇ ਜਿਹੜੇ ਬੰਦੇ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਂਦੇ ਨੇ। ਪਰੇ ਨਾ ਜੰਮ ਕੀ ਫਾਸ, ਵਿਖਿਅਨ ਸਿਉ ਕਾਹੇ ਰਚਿਓ। ਆਪਣੇ ਆਪ ਨਾਲ ਸਵਾਲ ਕਰੋ, ਤੂੰ ਕਿਉਂ ਵਿਸ਼ਿਆਂ ਵਕਾਰਾਂ ਵਿੱਚ ਰਚਿਆ ਪਿਆ। ਨਿਮਖ ਨਾ ਹੋਏ ਉਹਦਾ, ਤੂੰ ਨਿਮਖ ਮਾਤਰ ਵੀ ਇਹ ਤੋਂ ਪਾਸਾ ਨਹੀਂ ਵੱਟਦਾ। ਤੇਰਾ ਮਨ ਉਪਰਾਮ ਨਹੀਂ ਹੁੰਦਾ। ਹਮ ਅੰਧੁਲੇ ਅੰਧ ਬਿਖੇ ਬਿਖਰਾਤੇ, ਬਿਖ ਵਿੱਚ ਰਤੇ ਪੇ ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ, ਪਰੇ ਨਾ ਜੰਮ ਕੀ ਫਾਸ। ਆਓ ਸਾਧ ਸੰਗਤ ਜੀ, ਜੇ ਅਸੀਂ ਚਾਹੁੰਦੇ ਹਾਂ ਇਸ ਫਾਹੀ ਤੋਂ ਬਚਣ ਲਈ, ਤੇ ਆਓ ਆਪਣੇ ਮਨ ਨੂੰ ਇਹਨਾਂ ਵਿਸ਼ਿਆਂ ਵਕਾਰਾਂ ਨਾਲੋਂ ਤੋੜ ਕੇ, ਬੁਰਾਈ ਨਾਲੋਂ ਤੋੜ ਕੇ ਸੱਚ ਦੇ ਰਸਤੇ ਦੇ ਉੱਤੇ ਤੋਰਨ ਦਾ ਯਤਨ ਕਰੀਏ।